Now we'll talk about the concept of dates in history. इतिहास ਵਿੱਚ ਤਰੀਕਾਂ ਦੀ ਧਾਰਨਾ. As we all know, ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ, we calculate our days and nights through a proper system of dates and years. ਸੋ ਕਹਿੰਦੇ ਕਿ ਅਸੀਂ ਆਪਣੇ ਦਿਨ ਤੇ ਰਾਤਾਂ ਦੀ ਇੱਕ ਸਹੀ ਪ੍ਰਣਾਲੀ ਦੇ ਅਪਡੇਟਸ ਤੇ ਸਾਲਾਂ ਦੁਆਰਾ ਹਿਸਾਬ ਲਗਾਉਂਦੇ ਹਾਂ, ਹੈ ਨਾ. We take the year of birth of Jesus Christ as 0. ਸੋ ਅਸੀਂ ਉਸ ਤਰੀਕੇ ਨਾਲ ਜੋ ਯਿਸੂ ਮਸੀਹ ਦਾ ਜੋ ਜਨਮ ਦਾ ਸਾਲ ਹੈ ਨਾ, ਉਸ ਨੂੰ 0 ਲੈਂਦੇ ਹਾਂ. ਸੋ the left side of the given timeline on page number 11 represents the years before Christ was born and is called BCE. ਸੋ ਕਹਿੰਦੇ ਕਿ ਖੱਬੇ ਪਾਸੇ ਗਿਵਨ ਦਿੱਤੀ ਹੋਈ ਜੋ ਟਾਈਮ ਲਾਈਨ ਹੈ ਅਸੀਂ ਦੇਖਦੇ ਹਾਂ ਹੁਣ ਪੇਜ ਨੰਬਰ 11 ਤੇ, ਉਹ ਸਾਨੂੰ ਰਿਪਰੈਜ਼ੈਂਟ ਕਰ ਰਹੀ ਹੈ ਕ੍ਰਾਈਸਟ ਦੇ ਬਰਥ ਤੋਂ ਪਹਿਲਾਂ ਵਾਲਾ ਜੋ ਸਮਾਂ ਹੈ ਨਾ, ਉਸ ਸਾਲ ਹੈ, ਤੇ ਉਸ ਨੂੰ ਕੀ ਕਿਹਾ ਜਾਂਦਾ ਹੈ? BCE, ਬਿਫੋਰ ਕਾਮਨ ਐਰਾ. ਸੋ ਅਸੀਂ ਟਾਈਮ ਲਾਈਨ ਦੇਖਦੇ ਹਾਂ. ਸੋ ਹੇਅਰ ਇਜ਼ ਅਵਰ ਟਾਈਮ ਲਾਈਨ. ਅਸੀਂ ਟਾਈਮ ਲਾਈਨ ਦੇਖ ਰਹੇ ਹਾਂ, ਹੈ ਨਾ. ਸੋ ਅਸੀਂ ਸਭ ਤੋਂ ਪਹਿਲਾਂ ਕੀ ਕਹਿਣਾ, ਵੀ ਟੇਕ ਦਾ ਈਅਰ ਆਫ ਬਰਥ ਆਫ ਜੀਸਸ ਕ੍ਰਾਈਸਟ. ਅਸੀਂ ਜੀਸਸ ਕ੍ਰਾਈਸਟ ਦੇ ਬਰਥ ਵਾਲਾ ਸਮਾਂ ਜੋ ਦੇਖਣਾ ਹੈ ਨਾ, ਉਸ ਨੂੰ 0 ਸੈਂਟਰਲ ਪੁਆਇੰਟ, ਐਜ਼ ਅ ਸੈਂਟਰਲ ਪੁਆਇੰਟ ਆਪਾਂ ਉਸ ਨੂੰ ਲੈਂਦੇ ਹਾਂ. ਦਿਸ ਇਜ਼, ਹੈ ਨਾ, ਦਿਸ ਇਜ਼ ਦ ਬਰਥ ਟਾਈਮ ਆਫ ਜੀਸਸ ਕ੍ਰਾਈਸਟ. ਸੋ ਹੁਣ ਕੀ ਕਰਨਾ ਹੈ, ਦ ਲੈਫਟ ਸਾਈਡ ਆਫ ਦ ਗਿਵਨ ਟਾਈਮ ਲਾਈਨ. ਸੋ ਜੋ ਹੁਣ ਇਸ ਦਾ ਲੈਫਟ ਸਾਈਡ ਹੈ ਨਾ, ਜੋ ਇਹ ਵਾਲਾ ਸਾਈਡ ਹੈ, ਦਿਸ ਇਜ਼ ਦ ਲੈਫਟ ਸਾਈਡ ਐਂਡ ਦਿਸ ਇਜ਼ ਦ ਰਾਈਟ ਸਾਈਡ. ਸੋ ਪਹਿਲਾਂ ਅਸੀਂ ਲੈਫਟ ਸਾਈਡ ਦੀ ਗੱਲ ਕਰਾਂਗੇ. ਫਸਟ ਵੀ ਟਾਕ ਅਬਾਊਟ ਲੈਫਟ ਸਾਈਡ which represents, so see timeline te dekh rahe hain na, left side which represents the years before Christ was born. Christ de birth to pehla wala jo sama hai wo hai BC, usnu ki kehande ne, is called BCE, before common era. Okay, so isnu kehande hai jo Christ de birth to pehla wale समय ਦੀ ਗੱਲ ਕਰੀਏ ਤਾਂ ਉਸਨੂੰ ਕਿਸ ਨਾਲ ਰਿਪਰੈਜ਼ੈਂਟ ਕਰਦੇ ਨੇ, ਉਸ ਸਮੇਂ ਨੂੰ BCE ਨਾਲ. ਠੀਕ ਹੈ. ਫੋਰ ਐਗਜ਼ਾਮਪਲ ਅਸੀਂ ਹੁਣ ਐਜ਼ ਉਦਾਹਰਨ ਦੇ ਤੌਰ 'ਤੇ ਦੇਖਦੇ ਹਾਂ, ਇੱਕ 50 years ਬਿਫੋਰ, ਹੈ ਨਾ, 50 ਸਾਲ ਪਹਿਲਾਂ ਕ੍ਰਾਈਸਟ ਇਜ਼ ਰਿਟਨ ਐਜ਼. ਜੇ ਅਸੀਂ ਗੱਲ ਕਰੀਏ ਕਿ 50 years ਮਤਲਬ 50 ਸਾਲ ਪਹਿਲਾਂ, ਕਿਸ ਤੋਂ ਪਹਿਲਾਂ? ਇੱਥੇ ਖੜੇ ਹਾਂ ਅਸੀਂ, ਹੈ ਨਾ. ਹੁਣ ਆਪਣਾ ਪ੍ਰੈਜ਼ੈਂਟ ਕੀ ਹੈ, ਇੱਥੇ ਹੈ 2000 'ਤੇ, ਹੈ ਨਾ. ਸੋ ਜੇ ਅਸੀਂ 50 years ਬਿਫੋਰ, ਕਿਹੜੇ ਸਮੇਂ ਤੋਂ? ਇਸ ਤੋਂ ਪਹਿਲਾਂ ਦੀ ਗੱਲ ਕਰੀਏ, ਕ੍ਰਾਈਸਟ ਦੇ ਬਰਥ ਤੋਂ ਪਹਿਲਾਂ ਦੀ ਗੱਲ ਕਰੀਏ ਜੇ, ਤਾਂ ਉਸਨੂੰ ਕਿਵੇਂ ਲਿਖਾਂਗੇ? ਇਟ ਇਜ਼ ਰਿਟਨ ਐਜ਼ 50 BCE, ਹੈ ਨਾ, 50 BC. ਹੁਣ ਦੇਖੋ ਜੋ ਅਸੀਂ ਇੱਥੇ ਦੇਖ ਰਹੇ ਹਾਂ, ਦਿਸ 1 2 3, ਇਹ ਕਿੰਨੇ ਦਾ ਡਿਫਰੈਂਸ ਹੈ? 100 ਦਾ ਡਿਫਰੈਂਸ ਹੈ. ਦਿਸ ਇਜ਼ 1 2 3 4 ਐਂਡ 5, ਇਹ 500 ਹੋ ਗਿਆ. ਫਿਰ 6 7 8 9 ਐਂਡ 900 ਐਂਡ 1000 ਆ ਗਿਆ, 1000 ਆ ਗਿਆ, ਹੈ ਨਾ. ਸੋ ਇੰਨਾ ਆਪਾਂ ਨੂੰ ਡਿਫਰੈਂਸ ਦਿਖ ਰਿਹਾ. ਸੋ ਹੁਣ ਅਸੀਂ ਗੱਲ ਕਰ ਰਹੇ ਹਾਂ ਅਬਾਊਟ 50 BC, ਹੈ ਨਾ, 50 BCE. ਸੋ 50 BCE ਕਿਵੇਂ ਅਸੀਂ ਹੁਣ ਦੱਸਾਂਗੇ ਇੱਥੇ. ਸੋ 50 BCE ਇੱਥੋਂ ਜੇ ਅਸੀਂ ਦੇਖੀਏ ਸੈਂਟਰਲ ਪੁਆਇੰਟ ਤੋਂ, ਤਾਂ ਇੱਥੋਂ ਸਿਰਫ -50 years ਕਰਨੇ ਆਪਾਂ, ਹੈ ਨਾ. ਸੋ ਇੱਥੋਂ ਪਤਾ ਲੱਗ ਜਾਏਗਾ ਆਪਾਂ ਨੂੰ ਵੀ 50 years ਬਿਫੋਰ ਕ੍ਰਾਈਸਟ. ਸੋ ਉਸਨੂੰ ਅਸੀਂ ਲਿਖਦੇ ਕਿਵੇਂ ਆ? 50 BCE ਕਰਕੇ. ਠੀਕ ਹੈ. ਸੋ all dates before the birth of Christ, ਜਿੰਨੀਆਂ ਵੀ ਡੇਟਸ ਨੇ, ਜੋ ਵੀ ਡੇਟਸ ਆਪਾਂ ਉਸ ਟਾਈਮ ਕਿਵੇਂ ਕਰਦੇ ਸੀ, ਆਪਾਂ ਉਸ ਸਮੇਂ ਬਾਰੇ ਜੇ ਆਪਾਂ ਗੱਲ ਕਰੀਏ ਹੁਣ, ਸੋ ਜਿੰਨੇ ਵੀ ਕ੍ਰਾਈਸਟ ਦੇ ਬਰਥ ਤੋਂ ਪਹਿਲਾਂ ਆ ਸਾਰਾ ਸਮਾਂ ਜੋ ਹੈ ਨਾ, ਇੱਥੇ ਤੱਕ, ਹੈ ਨਾ, ਜਿੰਨਾ ਵੀ ਆਉਂਦਾ ਹੈ, ਦੇ ਆਰ ਕਾਊਂਟਡ ਬੈਕਵਰਡਸ. ਉਹ ਪਿੱਛੇ ਨੂੰ ਆਪਾਂ ਉਹਨੂੰ ਗਿਣਦੇ ਹਾਂ. ਫੋਰ ਐਗਜ਼ਾਮਪਲ ਹੁਣ ਇੱਕ ਉਦਾਹਰਨ ਦੇ ਤੌਰ 'ਤੇ ਦੇਖੀਏ, 300 BCE will come first and 400 BCE will come later. ਸੋ ਅਸੀਂ ਜੇ ਅਸੀਂ ਗੱਲ ਕਰੀਏ ਕਿ 300 ਸਾਲ ਪਹਿਲਾਂ ਕ੍ਰਾਈਸਟ ਦੇ ਬਰਥ ਤੋਂ 300 ਸਾਲ. ਹੁਣ ਇਹ ਦੇਖੋ ਇੱਥੇ ਕਿੰਨਾ ਕੁ ਡਿਫਰੈਂਸ ਹੈ. ਇਹ ਕ੍ਰਾਈਸਟ ਦੇ ਬਰਥ ਵਾਲਾ ਸਾਲ ਹੈ, ਇਹ 500 ਸਾਲ. ਜੇ 300 ਸਾਲ BCE ਦੀ ਗੱਲ ਕਰੀਏ ਤਾਂ ਉਹ ਕਿੱਥੇ ਆਏਗਾ? ਆਪਾਂ ਹੁਣ ਇੱਥੇ ਦੱਸਿਆ ਕਿ ਇਹ 100 ਦਾ ਡਿਫਰੈਂਸ ਹੈ, 1 2 ਐਂਡ ਦਿਸ. ਇਹ ਵਾਲਾ ਜੋ ਹੈ ਨਾ, ਸੌਰੀ ਇਹ ਵਾਲਾ, ਦਿਸ ਵਨ, ਇਹ ਜੋ ਹੈ ਇਹ 300 BC, ਹੈ ਨਾ. ਇਟ ਵਿਲ ਕਮ ਫਸਟ, ਇਹ ਪਹਿਲਾਂ ਆਏਗਾ ਜੇ ਆਪਾਂ 300 ਸਾਲ ਪਹਿਲਾਂ ਦੀ ਗੱਲ ਕਰੀਏ, ਹੈ ਨਾ. 300 BC ਜੋ ਹੈ ਉਹ ਪਹਿਲਾਂ ਆਏਗਾ, ਹੈ ਨਾ. ਸੋ ਐਂਡ 400 BCE ਵਿਲ ਕਮ ਲੇਟਰ. तो जो 400 साल वाला, जब आप 400 साल उस तो पहला की गल करिए बर्थ तो, है ना, जीसस क्राइस्ट के बर्थ तो 400,
सो 400 500 ਦੇ ਨਾਲ है ना, ਇੱਥੇ जो है वो 400 आएगा। ओके, ये वाला जो है ये तो 500 है ही, ये 400 ਇਹਦੇ ਵਿੱਚ 100 ਦਾ ਫਾਸਲਾ है, 100 ईयर्स ਦਾ ਫਾਸਲਾ है ना। सो ਇੱਥੇ 400 आ गया। ओके, सो इट विल कम लेटर। ਹੁਣ ਅਸੀਂ ਦੇਖੀਏ ਕਿ ਇੱਥੋਂ ਜੇ ਆਪਾਂ ਜਦੋਂ 400 ਦੀ ਗੱਲ ਕਰ ਰਹੇ ਹਾਂ है ना, 400 ਅਬਾਊਟ 400 ਦੀ ਗੱਲ ਕਰ ਰਹੇ ਹਾਂ ਤਾਂ ਉਹ ਇੱਥੇ ਹੈ, ਤੇ 300 ਇਸ ਤੋਂ ਪਹਿਲਾਂ ਆਇਆ है ना, 300 इट विल कम फर्स्ट। सो ऑन द अदर हैंड हुण दूजे पासे असी गल करिए, एनीथिंग दैट हैपन्ड इन द ईयर्स आफ्टर द बर्थ ऑफ जीसस क्राइस्ट आर एक्सप्रैसड इन CE। कुछ भी है ना, जो भी इवेंट्स वापरे ना, जो भी घटनावां वापरियां, कुछ भी होया कदों, इन द ईयर्स, किहड़े सालां विच, इन द ईयर्स आफ्टर द बर्थ ऑफ जीसस क्राइस्ट। आफ्टर दा मतलब हुण आपां पहलां तां गल कीती बिफोर, हुण असी गल कर रहे हैं आफ्टर, यानी कि क्राइस्ट के बर्थ तो बाद। हुण असी इधरले पासे जाना है, ठीक है, इस पासे वाली गल कर रहे हैं। सो दे आर एक्सप्रैसड इन CE। हुण जिवें यह BC है, असी देखा बिफोर वाला, दिस इज CE। सो ये की है, हुण असी इत्थे गल करांगे अबाउट CE, इनू CE नाल मतलब एक्सप्रैसड करांगे, ठीक है, दर्शावांगे, यानी कि कॉमन एरा आफ्टर द बर्थ ऑफ जीसस क्राइस्ट। दिस इज कॉल्ड CE, कॉमन एरा। बिकॉज, क्योंकि क्यों कहा जाता है इसनू कॉमन एरा, बिकॉज मोस्ट कंट्रीज ऑफ द वर्ल्ड नाउ यूज दिस, क्योंकि हुण ज़्यादातर कंट्रीज दे विच, देशां दे विच इसनू यूज़ किया जाता है। सो ये हो गया अपना टाइम लाइन दे विच असीं किस तरह जो है डेट्स इज अ कंसेप्ट इन हिस्ट्री। So earlier historians were using the terms BC for BCE and AD for CE। सो पहला जो अपने इतिहासकार पहला की करते सी, BCE दी जगह, बिफोर कॉमन एरा दी जगह BC यूज़ करते सी, ठीक है, बिफोर क्राइस्ट। इसकी जो फुल फॉर्म है BC दी, बिफोर क्राइस्ट, यानी कि क्राइस्ट के बर्थ तो पहला है ना। सो इस तरह उसनू डिपिक्ट करते सी। एंड AD फॉर CE, और जो AD है, AD यानी कि कॉमन एरा दी जगह की लिखते सी AD। ओके, नाउ दे यूज़ द टर्म्स BCE। नाउ जो इतिहासकार ने कहते हुण अजकल BCE एंड CE नू यूज़ करन लग गए ने, किस दी जगह ते, BC एंड AD रिस्पैक्टिवली। ओके, सो CE स्टैंड्स फॉर कॉमन एरा, यानी कि साधारण युग आप कह सकते हैं इसनू, एंड BCE स्टैंड्स फॉर कॉमन एरा, यानी कि साधारण युग तो पहला वाला समा। सो इस तरह इसनू दस्या जाता है। नाउ वी विल टॉक अबाउट इन अदर पार्ट्स ऑफ द वर्ल्ड ड्यूरिंग दैट टाइम। दुनिया के दूसरे जो हिस्से हैं ना, उस समय में उत्थे की हो रहा सी, उस समय बारे देखते हैं। Cities began to develop in the Indian subcontinent around 2500 BCE। सो कहते कि 2500 BCE यानी कि साधारण युग तो पहला दे आस पास शहरों ने भारती उप महाद्वीप विच विकास करना शुरू कर दिता सी। इट वॉज ऑल्सो ड्यूरिंग दिस टाइम दैट ह्यूमन सेटलमेंट्स एमर्ज्ड इन द नील वैली इन इजिप्ट। इट वॉज ऑल्सो ड्यूरिंग दिस टाइम। सो कहते कि ये वो समा सी जदों मिस्र दी नील घाटी विच मनुखी बस्तियां उभरियां। एमर्ज्ड मतलब उभरियां। एन इंस्क्राइब्ड स्टोन वॉज फाउंड इन रोसेटा, a town on the north coast of Egypt that contained inscriptions in 3 different languages and scripts, 1 Greek and 2 Egyptian। सो कहते कि होया कि एन इंस्क्राइब्ड स्टोन की होंदा, एक लिखत पत्थर है ना, पत्थर के उत्ते जिवें लिखिया होंदा। आ देखो जी पिक दिख रही है सानू, इस उत्ते एक लैंग्वेज लिखी हुई है, सानू नहीं समझ आ रही पर कुछ लिखा हुआ है ना, जो उस समय वाले समझ सकते सी। तो यह स्क्रिप्ट फाउंड की गई कित्थे, रोसेटा। रोसेटा की सी, एक जगह का नाम सी, शहर का, टाउन सी। कित्थों का टाउन, आ टाउन ऑन द नॉर्थ कोस्ट ऑफ इजिप्ट, यानी कि मिस्र के उत्तरी तट का शहर सी रोसेटा। ठीक है, दैट कंटेन उत्थे अपन ये जो है
स्टोन फाउंड होया किया गया मिलिया दैट कंटेन इंस्क्रिप्शंस इन 3 डिफरेंट लैंग्वेजेस। सो ये की सी जिस में शिलालेख जो है इंस्क्रिप्शंस की शिलालेख 3 ਵੱਖ-ਵੱਖ भाषावां एंड स्क्रिप्ट्स अते लिपियां विच मिली है ना। 1 ग्रीक एंड 2 इजिप्टियन जिस विच एक यूनानी अते 2 मिस्री दियां सी, ठीक है, इजिप्शियन सी। सो ये सानूं उत्थे मिलिया।